ਸਤਿ ਸ਼੍ਰੀ ਅਕਾਲ। ਤੁਹਾਡਾ ਮੇਰੇ ਇਸ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਉਮੀਦ ਹੈ ਤੁਸੀਂ ਸਾਰੇ ਹੀ ਤੰਦਰੁਸਤ ਹੋਵੋਗੇ। ਅੱਜ ਅਸੀਂ ਗੱਲ ਕਰਨੀ ਹੈ ਆਪਣੀ ਤੰਦਰੁਸਤੀ ਦੀ। ਆਪਣੀ ਤੰਦਰੁਸਤੀ ਦੀ ਗੱਲ ਇਸ ਲਈ ਕਰਨੀ ਹੈ ਕਿਉਂਕਿ ਨੱਠ ਭੱਜ ਵਾਲੀ ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਬਹੁਤ ਹੀ ਆਪਣੇ ਆਪ ਨੂੰ ਉਲਝਾ ਲੈਂਦੇ ਹਾਂ ਤਾਂ ਅਸੀਂ ਆਪਣਾ ਖਿਆਲ ਰੱਖਣਾ ਭੁੱਲ ਜਾਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਸਾਡਾ ਸਰੀਰ ਤੰਦਰੁਸਤ ਹੈ, ਸਾਡਾ ਦਿਮਾਗ ਤੰਦਰੁਸਤ ਹੈ। ਸਰੀਰ ਤੰਦਰੁਸਤੀ ਲਈ ਅਸੀਂ ਬਹੁਤ ਚੀਜ਼ਾਂ ਕਰਦੇ ਹਾਂ, ਖਾਂਦੇ ਪੀਂਦੇ ਵਧੀਆ ਹਾਂ, ਪਰ ਦਿਮਾਗ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਕੁਝ ਕਰਦੇ ਹਾਂ? ਮੇਰੇ ਖਿਆਲ ਦੇ ਨਾਲ 80% ਲੋਕ ਕਹਿੰਦੇ ਹੋਣਗੇ ਨਹੀਂ ਕਰਦੇ। ਸੋ ਆਪਣੇ ਦਿਮਾਗ ਦੀ ਤੰਦਰੁਸਤੀ ਦੇ ਲਈ ਬਹੁਤ ਸਾਰੀਆਂ ਪ੍ਰਕਿਰਿਆਵਾਂ ਹੁੰਦੀਆਂ ਨੇ ਔਰ ਤੁਸੀਂ ਖੁਦ ਸੋਚੋ ਕਿ ਜੇਕਰ ਸਾਡਾ ਦਿਮਾਗ ਤੰਦਰੁਸਤ ਨਹੀਂ ਹੋਏਗਾ, ਦਿਮਾਗ ਬਿਮਾਰ ਹੋ ਜਾਏਗਾ ਔਰ ਇਸ ਹੱਦ ਤੱਕ ਬਿਮਾਰ ਹੋ ਜਾਏਗਾ ਜਿੱਥੇ ਸਾਡੇ ਸਾਰੇ ਹੀ ਅੰਗ ਪੈਰ ਕੰਮ ਕਰਨਾ ਬੰਦ ਕਰ ਦੇਣਗੇ, ਕਿਉਂਕਿ ਦਿਮਾਗ ਹੀ ਤਾਂ ਹੈ ਜੋ ਸਾਡੇ ਸਰੀਰ ਦੇ ਬਾਕੀ ਅੰਗਾਂ ਨੂੰ ਕੰਮ ਕਰਨ ਦਾ ਮੈਸੇਜ ਦਿੰਦਾ ਹੈ। ਸੋ ਅੱਜ ਅਸੀਂ ਗੱਲ ਕਰਨੀ ਹੈ ਸਾਰੇ ਹੀ ਆਪਣੀ ਉਸ ਪ੍ਰਕਿਰਿਆ ਦੇ ਬਾਰੇ ਜਿਸ ਦੇ ਨਾਲ ਅਸੀਂ ਆਪਣੇ ਸਰੀਰ ਦੇ ਨਾਲ ਆਪਣੇ ਮਾਈਂਡ ਨੂੰ, ਆਪਣੇ ਬ੍ਰੇਨ ਨੂੰ, ਆਪਣੇ ਦਿਮਾਗ ਨੂੰ ਤੰਦਰੁਸਤ ਰੱਖ ਸਕੀਏ। ਸੋ ਤੰਦਰੁਸਤੀ ਦੀ ਗੱਲ ਕਰਨੀ ਹੈ ਦਿਮਾਗ ਦੀ, ਔਰ ਦਿਮਾਗ ਦੀ ਤੰਦਰੁਸਤੀ ਅਸੀਂ ਕਰ ਸਕਦੇ ਹਾਂ ਮੈਡੀਟੇਸ਼ਨ ਦੇ ਜ਼ਰੀਏ। ਹਾਂਜੀ, ਮੈਡੀਟੇਸ਼ਨ ਹੁੰਦਾ ਕੀ ਹੈ? ਮੈਡੀਟੇਸ਼ਨ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਕਿ ਧਿਆਨ ਲਗਾਉਣਾ। ਹਾਂਜੀ, ਤੁਸੀਂ ਡਰੋ ਨਾ ਬਿਲਕੁਲ ਵੀ, ਕਿਉਂਕਿ ਮੈਡੀਟੇਸ਼ਨ ਜਿਹੜੀ ਪ੍ਰਕਿਰਿਆ ਹੈ ਬਹੁਤ ਹੀ ਸਿੰਪਲ ਤੇ ਈਜ਼ੀ ਪ੍ਰਕਿਰਿਆ ਹੈ ਔਰ ਇਹ ਪ੍ਰਕਿਰਿਆ ਕਰਨ ਦੇ ਲਈ ਤੁਹਾਨੂੰ ਕਿਸੇ ਬਾਕੀ ਸਾਰੇ ਜਿਹੜੇ ਰੂਲਸ ਹੈਗੇ ਆ, ਅਸੀਂ ਜਿੱਦਾਂ ਸੁਣਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਵੀ ਹੈ ਤੇ ਔਰ ਮੈਂ ਵੀ ਜਦੋਂ ਕਰਨਾ ਸ਼ੁਰੂ ਕੀਤਾ ਸੀ ਬਹੁਤ ਸਾਰੀਆਂ ਅਫਵਾਹਾਂ ਸੀਗੀਆਂ ਕਿ ਇਹਦੇ ਲਈ ਤੁਹਾਨੂੰ ਲੰਬਾ ਸਮਾਂ ਚਾਹੀਦਾ ਹੈ, ਤੁਹਾਨੂੰ ਕੁਝ ਘੰਟਿਆਂ ਦੇ ਲਈ ਬੈਠਣਾ ਪਏਗਾ ਔਰ ਤੁਹਾਡਾ ਧਿਆਨ ਜਿਹੜਾ ਹੈ ਅਗਰ ਨਹੀਂ ਲੱਗਦਾ ਤੁਹਾਨੂੰ ਕਿਸ ਪ੍ਰਕਿਰਿਆ ਦੇ ਨਾਲ ਇਹਨੂੰ ਕਰਨਾ ਪਏਗਾ। ਸੋ ਬਹੁਤ ਸਾਰੀਆਂ ਚੀਜ਼ਾਂ ਸੁਣੀਆਂ ਸੀ ਮੈਂ, ਪਰ ਉਹ ਸਾਰੀਆਂ ਚੀਜ਼ਾਂ ਮੈਨੂੰ ਝੂਠ ਜਾਪੀਆਂ, ਕਿਉਂਕਿ ਜਦੋਂ ਮੈਂ ਕਰਨਾ ਸ਼ੁਰੂ ਕੀਤਾ ਮੈਡੀਟੇਸ਼ਨ, ਧਿਆਨ ਲਗਾਉਣਾ ਸ਼ੁਰੂ ਕੀਤਾ ਤੇ ਮੈਂ ਆਪਣੇ ਆਪ ਨੂੰ ਬਚਿਆ ਨਹੀਂ, ਕਿਉਂਕਿ ਮੈਡੀਟੇਸ਼ਨ ਦਾ ਇੱਕ ਸਿਰਫ ਮੰਤਵ ਹੈ ਕਿ ਤੁਸੀਂ ਆਪਣੇ ਆਪ ਦੀ ਸਰੀਰ ਦੀ ਬਣਤਰ ਇਸ ਤਰ੍ਹਾਂ ਦੀ ਬਣਾ ਲੈਣੀ ਹੈ ਕਿ ਤੁਹਾਡਾ ਸਰੀਰ ਸਾਰਾ ਦਾ ਸਾਰਾ ਰਿਲੈਕਸ ਹੋਵੇ, ਤੁਹਾਡਾ ਦਿਮਾਗ ਜਿਹੜਾ ਹੈ ਉਹਨੂੰ ਬਹੁਤ ਸਾਰੀ ਰੈਸਟ ਮਿਲੇ ਔਰ ਜਿਹੜੀ ਦਿਮਾਗ ਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਮੁਸ਼ਕਿਲਾਂ ਆਉਂਦੀਆਂ ਸੀ, ਗੱਲਾਂ ਸੁਣਦੇ ਸੀ ਤੁਸੀਂ, ਜੋ ਵੀ ਤੁਹਾਨੂੰ ਲੱਗਦਾ ਪਿਆ ਸੀ ਕਿ ਦਿਮਾਗ ਬੜਾ ਹੀ ਉਲਝਿਆ ਰਹਿੰਦਾ ਹੈ, ਕਿ ਅਸੀਂ ਇੱਕ ਗੁੰਝਲਦਾਰ ਇੱਕ ਝਮੇਲੇ ਦੇ ਵਿੱਚ ਇੱਕ ਜਾਲ 'ਚ ਫਸੇ ਹੋਏ ਹਾਂ, ਉਸ ਜਾਲ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਮੈਡੀਟੇਸ਼ਨ। ਮੈਡੀਟੇਸ਼ਨ ਦਾ ਮਤਲਬ ਦਿਮਾਗ ਨੂੰ ਸ਼ਾਂਤ ਰੱਖਣ ਤੋਂ ਵੀ ਹੈ। ਇਹ ਸ਼ਾਂਤੀ ਤੇ ਸਕੂਨ ਸਾਨੂੰ ਮੈਡੀਟੇਸ਼ਨ ਦੇ ਜ਼ਰੀਏ ਮਿਲਦੀ ਹੈ। ਦਿਮਾਗ 'ਚ ਬਹੁਤ ਸਾਰੀਆਂ ਸਮੱਸਿਆਵਾਂ ਪਨਪਦੀਆਂ ਹੁੰਦੀਆਂ ਨੇ। ਅਸੀਂ ਕਈ ਵਾਰ ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਕਿ ਲਾਈਫ ਦੇ ਵਿੱਚ ਬਹੁਤ ਸਾਰੀਆਂ ਟੈਨਸ਼ਨਾਂ ਨੇ, ਬੜਾ ਹੀ ਸਟ੍ਰੈਸ ਹੈ, ਬਹੁਤ ਸਾਰੇ ਦਿਮਾਗ ਦੇ ਵਿੱਚ ਹੈਵੀਪਨ ਜਿਹੜਾ ਹੈ ਸਾਡੇ ਉੱਤੇ ਹਮੇਸ਼ਾ ਹੀ ਹਾਵੀ ਹੋਇਆ ਰਹਿੰਦਾ ਹੈ। ਸਾਡਾ ਦਿਮਾਗ ਲਗਾਤਾਰ ਕੁਝ ਨਾ ਕੁਝ ਸੋਚਦਾ ਹੈ, ਕੁਝ ਵਿਚਾਰ ਲੈ ਕੇ ਆਉਂਦਾ ਹੈ, ਪਰ ਇਹ ਲਗਾਤਾਰ ਜਦੋਂ ਚੱਲਦਾ ਰਹਿੰਦਾ ਹੈ ਤਾਂ ਕਈ ਵਾਰ ਆਪਣਾ ਸਹੀ ਕੰਮ ਜਿਹੜਾ ਕਰਨਾ ਹੁੰਦਾ ਹੈ ਉਹ ਨਹੀਂ ਕਰ ਪਾਉਂਦਾ। ਸੋ ਇਹਨੂੰ ਦਿਮਾਗ ਦੀ ਥਕਾਵਟ ਵੀ ਅਸੀਂ ਕਹਿ ਸਕਦੇ ਹਾਂ। ਮੈਡੀਟੇਸ਼ਨ ਕਰਨ ਦੇ ਨਾਲ ਅਸੀਂ ਆਪਣੀ ਥਕਾਵਟ ਨੂੰ ਮਹਿਸੂਸ ਜਿਹੜਾ ਕਰਦੇ ਹਾਂ ਉਸ ਤੋਂ ਨਿਜਾਤ ਪਾ ਸਕਦੇ ਹਾਂ। ਅਸੀਂ ਮਹਿਸੂਸ ਕਰਾਂਗੇ ਜਦੋਂ ਮੈਡੀਟੇਸ਼ਨ ਕਰਾਂਗੇ ਤੇ ਸਾਨੂੰ ਬਹੁਤ ਹੀ ਰਾਹਤ ਮਿਲਦੀ ਹੈ, ਸਾਨੂੰ ਸਕੂਨ ਮਿਲਦਾ ਹੈ ਔਰ ਜਿੰਨੇ ਸਾਡੇ ਇਮੋਸ਼ਨਸ ਹੁੰਦੇ ਨੇ, ਸਾਡੀ ਨੈਗੇਟਿਵਿਟੀ ਹੁੰਦੀ ਹੈ, ਉਹਨਾਂ 'ਤੇ ਅਸੀਂ ਕੰਟਰੋਲ ਕਰ ਸਕਦੇ ਹਾਂ। ਲਾਈਫ ਦੀ ਕੋਈ ਵੀ ਸਿਚੁਏਸ਼ਨ ਆ ਜਾਵੇ, ਕੋਈ ਵੀ ਮੁਸ਼ਕਿਲ ਆ ਜਾਵੇ, ਅਸੀਂ ਉਹਨਾਂ ਦਾ ਸਮਾਧਾਨ, ਉਹਨਾਂ ਦਾ ਹੱਲ ਜਿਹੜਾ ਹੈ ਉਹ ਬੜੇ ਹੀ ਸੁਚੱਜੇ ਢੰਗ ਦੇ ਨਾਲ ਕਰ ਸਕਦੇ ਹਾਂ। ਔਰ ਕਈ ਵਾਰ ਅਸੀਂ ਸਮੱਸਿਆਵਾਂ ਦਾ ਸਮਾਧਾਨ ਦੂਸਰੇ ਲੋਕਾਂ ਤੋਂ ਹੀ ਪੁੱਛਦੇ ਹਾਂ, ਪਰ ਦੂਜੇ ਲੋਕ ਜਿਹੜੇ ਦੱਸ ਵੀ ਦਿੰਦੇ ਨੇ ਤਾਂ ਉਹਨਾਂ ਦੇ ਉੱਤੇ ਹਮੇਸ਼ਾ ਹੀ ਪ੍ਰਸ਼ਨ ਚਿੰਨ੍ਹ ਹੁੰਦਾ ਹੈ ਕਿ ਇਹ ਸਮੱਸਿਆ ਦਾ ਸਮਾਧਾਨ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਕਿ ਜਿਹੜੀ ਉਹਨੇ ਮੈਨੂੰ ਰਾਏ ਦਿੱਤੀ ਹੈ ਉਹ ਸਹੀ ਹੈ ਜਾਂ ਗਲਤ ਹੈ। ਔਰ ਸੱਚ ਮੰਨਿਓ, ਜਦੋਂ ਤੁਸੀਂ ਆਪਣੇ ਆਪ ਨੂੰ ਸਕੂਨ ਦੇ ਵਿੱਚ ਰੱਖੋਗੇ, ਆਪਣੇ ਦਿਮਾਗ ਤੋਂ ਕੰਮ ਲਓਗੇ, ਯਾਨੀ ਕਿ ਸੁਚੱਜੇ ਢੰਗ ਦੇ ਨਾਲ, ਜਿੱਥੇ ਤੁਹਾਡਾ ਦਿਮਾਗ ਬਹੁਤ ਹੀ ਸ਼ਾਂਤ ਤੇ ਰਿਲੈਕਸ ਹੈ, ਉਸ ਸਮੱਸਿਆ ਦਾ ਸਮਾਧਾਨ ਵੀ ਕੁਝ ਹੀ ਮਿੰਟਾਂ ਦੇ ਵਿੱਚ ਨਿਕਲ ਆਉਂਦਾ ਹੈ। ਔਰ ਇਹ ਸਾਰੇ ਜਿਹੜੇ ਬੈਨੀਫਿਟਸ ਨੇ ਮੈਡੀਟੇਸ਼ਨ ਦੇ, ਜਿਵੇਂ ਕਿ ਤੁਸੀਂ ਵੇਟ ਨੂੰ ਰਿਡਿਊਸ ਕਰ ਸਕਦੇ ਹੈਗੇ ਆ, ਬਹੁਤ ਸਾਰਾ ਗੁੱਸਾ ਆਉਂਦਾ ਹੈ ਉਸ ਗੁੱਸੇ ਉੱਤੇ ਕੰਟਰੋਲ ਕਰ ਸਕਦੇ ਹੈਗੇ ਆ, ਤੁਸੀਂ ਸੌਂ ਵਧੀਆ ਸਕਦੇ ਹੈਗੇ ਆ ਔਰ ਤੁਹਾਡੀ ਜਿਹੜੀ ਹੈਲਥ ਹੈਗੀ ਆ ਉਹ ਅੱਗੇ ਨਾਲੋਂ ਬੈਟਰ ਹੋਏਗੀ। ਜਿਹੜੀਆਂ ਅਸੀਂ ਸਟ੍ਰੈਸ ਦੀਆਂ, ਜਿਹੜੀਆਂ ਅਸੀਂ ਟੈਨਸ਼ਨ ਦੀਆਂ ਇੰਨੀਆਂ ਦਵਾਈਆਂ ਖਾਂਦੇ ਹਾਂ ਉਹਨਾਂ ਤੋਂ ਕਿਤੇ ਨਾ ਕਿਤੇ ਤੁਹਾਨੂੰ ਰਾਹਤ ਮਿਲੇਗੀ
ਔਰ ਤੁਹਾਡਾ ਆਪਣੇ ਆਪ ਦੇ ਵਿੱਚ ਜਿਹੜਾ ਗੋਲ ਹੈ, ਤੁਸੀਂ ਲਾਈਫ ਦਾ ਜੋ ਗੋਲ ਰੱਖੇ ਹੋਏ ਨੇ ਉਹਨਾਂ ਨੂੰ ਅਚੀਵ ਕਰਦੇ ਹੋ ਔਰ ਬਹੁਤ ਸੁਚੱਜੇ ਢੰਗ ਦੇ ਨਾਲ ਅਚੀਵ ਕਰੋਗੇ। ਮੈਡੀਟੇਸ਼ਨ ਕਰਨ ਦੇ ਨਾਲ ਨਾਲ ਜਿਹੜਾ ਤੁਸੀਂ ਆਪਣੇ ਆਪ ਜਦੋਂ ਆਪਣੀ ਆਤਮਾ ਦੇ ਨਾਲ ਮਿਲਦੇ ਹੋ ਤਾਂ ਜਿੰਨੀਆਂ ਵੀ ਸਾਰੀਆਂ ਕੰਪਲਿਕੇਸ਼ਨਸ ਨੇ ਤੁਹਾਡੀ ਲਾਈਫ ਦੇ ਵਿੱਚ, ਜਿੰਨੀਆਂ ਵੀ ਸਮੱਸਿਆਵਾਂ ਨੇ, ਉਹਨਾਂ ਦਾ ਸਮਾਧਾਨ ਤਾਂ ਮਿਲਦਾ ਹੈ। ਨਾਲ ਦੀ ਨਾਲ ਜਿਹੜੀਆਂ ਤੁਹਾਨੂੰ ਬੁਰੀਆਂ ਆਦਤਾਂ ਨੇ ਉਹਨਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਹਰ ਇੱਕ ਸਿਚੁਏਸ਼ਨ ਨੂੰ ਚੰਗੇ ਅਤੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਨਜਿੱਠਦੇ ਹੋ ਔਰ ਸੱਚ ਮੰਨੋ ਇੱਕ ਵਧੀਆ ਅਤੇ ਚੰਗੇ ਇਨਸਾਨ ਤੁਸੀਂ ਬਣੋਗੇ ਜਦੋਂ ਤੁਸੀਂ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਤੁਸੀਂ ਖੁਦ ਕਰੋਗੇ। ਆਪਣੇ ਇਮੋਸ਼ਨਸ ਨੂੰ, ਆਪਣੇ ਵਿਚਾਰਾਂ ਨੂੰ ਜਦੋਂ ਕੰਟਰੋਲ ਕਰੋਗੇ ਅਤੇ ਲਾਈਫ ਨੂੰ ਇੱਕ ਬੈਲੈਂਸ ਬਣਾ ਕੇ ਜਦੋਂ ਚੱਲਿਆ ਜਾਏਗਾ ਤਾਂ ਬਹੁਤ ਹੀ ਸਕੂਨ ਮਿਲੇਗਾ। ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੋਣਗੇ। ਸੋ ਕਰ ਸਕਦੇ ਹੋ। ਔਰ ਚਲੋ ਆਪਾਂ ਪ੍ਰਕਿਰਿਆ ਸ਼ੁਰੂ ਕਰਦੇ ਹਾਂ ਮੈਡੀਟੇਸ਼ਨ ਦੀ, ਧਿਆਨ ਲਗਾਉਣ ਦੀ। ਸੋ ਸਭ ਤੋਂ ਪਹਿਲਾਂ ਤੁਸੀਂ ਚੌਕੜੀ ਮਾਰ ਕੇ ਬੈਠ ਜਾਓ। ਆਪਣੀ ਰੀੜ੍ਹ ਦੀ ਹੱਡੀ ਨੂੰ ਸਿੱਧਾ ਕਰ ਲਓ ਬਿਲਕੁਲ, ਔਰ ਆਪਣੀ ਬਾਡੀ ਨੂੰ ਪੂਰਾ ਰਿਲੈਕਸਿੰਗ ਫੀਲ ਕਰਵਾਓ, ਯਾਨੀ ਕਿ ਇਹਦੇ ਵਿੱਚ ਕੋਈ ਵੀ ਭਾਰ ਜਾਂ ਕੋਈ ਵੀ ਸਟ੍ਰੈਸ ਨਹੀਂ ਆ। ਔਰ ਜਿੱਦਾਂ ਮੈਂ ਤੁਹਾਨੂੰ ਦੱਸਾਂਗੀ ਉਸੇ ਤਰ੍ਹਾਂ ਹੀ ਤੁਸੀਂ ਕਰਦੇ ਜਾਣਾ। ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਬੰਦ ਕਰ ਲਓ। ਅੱਖਾਂ ਨੂੰ ਬੰਦ ਕਰ ਲਓ ਔਰ ਜੇ ਹੋ ਸਕੇ ਆਪਣੀਆਂ ਦੋਨਾਂ ਬਾਹਾਂ ਨੂੰ ਆਪਣੇ ਗੋਡਿਆਂ ਉੱਤੇ ਰੱਖ ਲਓ। ਔਰ ਜਿਹੜੀ ਸਭ ਤੋਂ ਵੱਡੀ ਹੱਥ ਦੀ ਤੁਹਾਡੀ ਉਂਗਲ ਹੈ ਉਸ ਨੂੰ ਆਪਣੇ ਅੰਗੂਠੇ ਦੇ ਨਾਲ ਜੋੜੋ। ਅੱਖਾਂ ਬੰਦ ਕਰਕੇ ਤੁਸੀਂ ਸਿਰਫ ਆਪਣੇ ਆਪ ਨੂੰ ਫੀਲ ਕਰਨਾ ਹੈ, ਸਿਰਫ ਆਪਣੇ ਆਪ ਨੂੰ ਹੀ ਫੀਲ ਕਰਨਾ ਹੈ। ਹੁਣ ਤੁਸੀਂ ਸਾਹ ਜਿਹੜਾ ਹੈ ਅੰਦਰ ਵੱਲ ਨੂੰ ਨੱਕ ਰਾਹੀਂ ਲੈਣਾ ਹੈ ਔਰ ਜਦੋਂ ਤੁਸੀਂ ਸਾਹ ਨੂੰ ਛੱਡਣਾ ਹੈ ਤਾਂ ਆਪਣੇ ਮੂੰਹ ਰਾਹੀਂ ਛੱਡਣਾ ਹੈ। ਇਹ ਪ੍ਰਕਿਰਿਆ ਨੂੰ ਅਸੀਂ 10 ਵਾਰ ਕਰਾਂਗੇ। ਫੀਲ ਕਰੋ ਕਿ ਕੋਈ ਵੀ ਤੁਹਾਡੇ ਤੇ ਫੋਰਸ ਨਹੀਂ ਹੈ, ਕੋਈ ਵੀ ਤੁਹਾਨੂੰ ਜਿਹੜੀ ਹੈ ਤੰਗੀ ਨਹੀਂ ਹੈ। ਸਿਰਫ ਇੱਕ ਪੋਜ਼ਿਟਿਵ, ਇੱਕ ਸਕਾਰਾਤਮਕ ਊਰਜਾ ਤੁਹਾਡੇ ਅੰਦਰ ਜਾ ਰਹੀ ਹੈ ਔਰ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਤੁਸੀਂ ਉਹ ਬਾਹਰ ਕੱਢ ਰਹੇ ਹੋ। ਖੁਸ਼ੀ ਨੂੰ ਮਹਿਸੂਸ ਕਰੋ, ਪਿਆਰ ਨੂੰ ਮਹਿਸੂਸ ਕਰੋ, ਉਹਨਾਂ ਗੱਲਾਂ ਨੂੰ ਮਹਿਸੂਸ ਕਰੋ ਜਿਹੜੀਆਂ ਤੁਹਾਨੂੰ ਬਹੁਤ ਹੀ ਖੁਸ਼ੀ ਦਿੰਦੀਆਂ ਨੇ। ਤੁਹਾਡਾ ਆਪਣਾ ਸਰੀਰ ਸਾਹ ਲੈ ਰਿਹਾ ਹੈ ਨੱਕ ਰਾਹੀਂ ਔਰ ਤੁਸੀਂ ਸਾਹ ਛੱਡ ਰਹੇ ਹੋ ਮੂੰਹ ਰਾਹੀਂ। ਸਿਰਫ ਆਪਣੇ ਸਾਹ 'ਤੇ ਧਿਆਨ ਦਿਓ। ਨੱਕ ਰਾਹੀਂ ਸਾਹ ਲਓ। ਫੀਲ ਕਰੋ ਕਿ ਸਾਹ ਅੰਦਰ ਆ ਰਿਹਾ ਹੈ ਔਰ ਫੀਲ ਕਰੋ ਕਿ ਮੂੰਹ ਰਾਹੀਂ ਤੁਸੀਂ ਸਾਹ ਬਾਹਰ ਕੱਢ ਰਹੇ ਹੋ। ਸਭ ਚੰਗੀਆਂ ਚੀਜ਼ਾਂ ਅੰਦਰ ਜਾ ਰਹੀਆਂ ਨੇ ਔਰ ਮਾੜੀਆਂ ਚੀਜ਼ਾਂ ਤੁਹਾਡੇ ਅੰਦਰੋਂ ਬਾਹਰ ਨਿਕਲ ਰਹੀਆਂ ਨੇ। बहुत ही सुकून वाली स्थिति। ਹੁਣ ਆਪਣੇ ਮੋਢੇ ਪਿੱਛੇ ਵੱਲ ਨੂੰ ਕਰੋ, ਥੋੜਾ ਜਿਹਾ ਸਟ੍ਰੈਸ ਦਿਓ ਆਪਣੇ ਮੋਢਿਆਂ ਨੂੰ। अपने दोनों हथ अपने पेट ते रखो, सज्जा वाला सज्जे पेट पासे
ਖੱਬਾ ਹੱਥ ਤੁਹਾਡਾ ਖੱਬੇ ਪੇਟ ਪਾਸੇ। ਸਾਹ ਲਓ। ਜਦੋਂ ਤੁਸੀਂ ਸਾਹ ਲਓਗੇ, ਜਦੋਂ ਤੁਸੀਂ ਸਾਹ ਮੂੰਹ ਰਾਹੀਂ ਬਾਹਰ ਕੱਢੋਗੇ, ਆਪਣੇ ਪੇਟ ਦੀ ਸਥਿਤੀ ਨੂੰ ਮਹਿਸੂਸ ਕਰੋ। ਇਹ ਪ੍ਰਕਿਰਿਆ ਨੂੰ ਅਸੀਂ 10 ਵਾਰ ਕਰਾਂਗੇ। ਸਾਹ ਅੰਦਰ ਲਓ, ਆਪਣੇ ਪੇਟ ਦੀ ਸਥਿਤੀ ਨੂੰ ਫੀਲ ਕਰੋ ਔਰ ਮੂੰਹ ਰਾਹੀਂ ਜਦੋਂ ਸਾਹ ਬਾਹਰ ਕੱਢ ਰਹੇ ਹੋ ਤਾਂ ਆਪਣੇ ਪੇਟ ਦੀ ਸਥਿਤੀ ਨੂੰ ਔਰ ਮਹਿਸੂਸ ਕਰੋ। ਕੋਈ ਦਿਮਾਗ ਤੇ ਪ੍ਰੈਸ਼ਰ ਨਹੀਂ, ਸਿਰਫ ਰਿਲੈਕਸੇਸ਼ਨ ਹੈ, ਸਿਰਫ ਸ਼ਾਂਤੀ ਹੈ। ਖਾਮੋਸ਼ੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਿਲ ਰਹੇ ਹਾਂ। ਸਾਡੇ ਦਿਮਾਗ ਨੂੰ ਬਹੁਤ ਹੀ ਸਕੂਨ ਮਿਲ ਰਿਹਾ ਹੈ। ਅਸੀਂ ਇੱਕ ਸੰਤੁਲਨ ਵਾਲੀ ਸਥਿਤੀ ਦੇ ਵਿੱਚ ਹਾਂ, ਜਿੱਥੇ ਕੋਈ ਵੀ ਦਿਮਾਗ ਤੇ ਸਟ੍ਰੈਸ ਨਹੀਂ, ਕੋਈ ਵੀ ਫਰਸਟ੍ਰੇਸ਼ਨ ਨਹੀਂ, ਸਿਰਫ ਸਕੂਨ ਹੈ। ਹੁਣ ਆਪਣੀਆਂ ਬਾਹਾਂ ਸਿੱਧੀਆਂ ਕਰ ਲਓ ਔਰ 2 ਵਾਰੀ ਫਿਰ ਤੁਸੀਂ ਸਾਹ ਅੰਦਰ ਨੱਕ ਰਾਹੀਂ ਔਰ ਜਦੋਂ ਸਾਹ ਬਾਹਰ ਕੱਢਣਾ ਹੈ ਤਾਂ ਮੂੰਹ ਰਾਹੀਂ ਕੱਢੋ। ਧਿਆਨ ਸਿਰਫ ਆਪਣੀਆਂ ਸਾਹਾਂ ਉੱਤੇ। ਅਸੀਂ ਅਗਲੀ ਪ੍ਰਕਿਰਿਆ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਆਪਣੀ ਗਰਦਨ ਨੂੰ ਖੱਬੇ ਪਾਸੇ ਵੱਲ ਮੋੜਾਂਗੇ ਤੇ ਸਾਹ ਲਵਾਂਗੇ। ਹੁਣ ਸਾਹ ਅਸੀਂ ਛੱਡਾਂਗੇ ਆਪਣੀ ਗਰਦਨ ਨੂੰ ਸਿੱਧਾ ਰੱਖ ਕੇ, ਯਾਨੀ ਕਿ ਸੈਂਟਰ ਦੇ ਵਿੱਚ ਸਾਡੀ ਗਰਦਨ ਹੋਣੀ ਚਾਹੀਦੀ ਹੈ। ਇੱਦਾਂ ਹੀ ਅਸੀਂ ਪ੍ਰਕਿਰਿਆ ਕਰਾਂਗੇ। ਸੱਜੇ ਪਾਸੇ ਵੱਲ ਗਰਦਨ ਕਰਾਂਗੇ ਤੇ ਸਾਹ ਭਰਾਂਗੇ ਔਰ ਜਦੋਂ ਸਾਹ ਅਸੀਂ ਛੱਡਣਾ ਹੈ ਤਾਂ ਸਾਡੀ ਗਰਦਨ ਸਿੱਧੀ ਹੋਣੀ ਚਾਹੀਦੀ ਹੈ, ਯਾਨੀ ਕਿ ਸੈਂਟਰ ਦੇ ਵਿੱਚ ਆ ਜਾਵੇ। ਇਸ ਪ੍ਰਕਿਰਿਆ ਨੂੰ ਅਸੀਂ 10 ਵਾਰ ਕਰਨਾ ਹੈ। ਫਿਰ ਖੱਬੇ ਪਾਸੇ ਲਓ, ਸਾਹ ਭਰੋ ਤੇ ਛੱਡੋ ਸਿੱਧੇ ਹੋ ਕੇ। ਫਿਰ ਸੱਜੇ ਪਾਸੇ ਵੱਲ ਲਓ, ਸਾਹ ਭਰੋ ਤੇ ਛੱਡ ਦਿਓ ਸਿੱਧੇ ਪਾਸੇ। ਸਿਰਫ ਸ਼ਾਂਤੀ ਹੈ। ਬਹੁਤ ਸਕੂਨ ਮਿਲ ਰਿਹਾ ਹੈ। ਕੋਈ ਦਿਮਾਗ ਤੇ ਪ੍ਰੈਸ਼ਰ ਨਹੀਂ, ਸਿਰਫ ਰਿਲੈਕਸੇਸ਼ਨ, ਸਿਰਫ ਰੈਸਟ। ਇਸ ਪ੍ਰਕਿਰਿਆ ਨੂੰ ਕਰਦੇ ਰਹੋ। ਸਿਰਫ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਇਹ ਤੁਹਾਨੂੰ ਆਰਾਮ ਦੇ ਰਿਹਾ ਹੈ, ਤੁਹਾਨੂੰ ਸਕੂਨ ਮਿਲ ਰਿਹਾ ਹੈ।
ਹੁਣ ਅਸੀਂ ਫਿਰ ਉਹੀ ਪ੍ਰਕਿਰਿਆ ਕਰਾਂਗੇ 2 ਵਾਰ। ਸਾਹ ਅੰਦਰ ਲਵਾਂਗੇ ਨੱਕ ਰਾਹੀਂ ਔਰ ਸਾਹ ਛੱਡਾਂਗੇ ਮੂੰਹ ਰਾਹੀਂ। ਅਗਲੀ ਪ੍ਰਕਿਰਿਆ ਸਾਡੀ ਅਸੀਂ ਸਾਹ ਜਦੋਂ ਲੈਣਾ ਹੈ ਨੱਕ ਰਾਹੀਂ, ਅਸੀਂ 4 ਵਾਰ ਗਿਣਨਾ ਹੈ, ਗਿਣਤੀ ਗਿਣਨੀ ਹੈ। ਤੇ ਜਦੋਂ ਅਸੀਂ ਬਾਹਰ ਕੱਢਣਾ ਹੈ ਤਾਂ 4 ਵਾਰੀ ਹੀ ਗਿਣਤੀ ਗਿਣਨੀ ਹੈ। ਤੇ ਧਿਆਨ ਰੱਖਿਆ ਜਾਵੇ, ਜਦੋਂ ਵੀ ਸਾਹ ਲੈਣਾ ਹੈ ਨੱਕ ਰਾਹੀਂ ਔਰ ਜਦੋਂ ਵੀ ਸਾਹ ਕੱਢਣਾ ਹੈ ਤਾਂ ਮੂੰਹ ਰਾਹੀਂ। ਇਹ ਪ੍ਰਕਿਰਿਆ ਨੂੰ ਵੀ ਅਸੀਂ 10 ਵਾਰ ਕਰਾਂਗੇ। शांत, संतुलन, आराम ते सकून, ये सब तुहानूं मिल रहा है और तुहाडे विच बहुत सारी शक्ति इस प्रक्रिया दे नाल आ रही है। और जदों तुसी साह लै रहे हो तो एक पावरफुल एनर्जी, एक पॉजिटिविटी तुहाडे अंदर जा रही है। और जदों तुसी साह बाहर कढ रहे हो तो अंदरों जिन्नी भी नैगेटिविटी है, जिन्ना भी स्ट्रैस है, जिन्ना भी तनाव है, जिन्नी भी टॉक्सिक एनर्जी है, वो सब बाहर जा रही है। चेहरे ते स्माइल होनी चाहिए है, खुशी महसूस करो। ਅਸੀਂ ਉਸ ਪ੍ਰਕਿਰਿਆ ਨੂੰ ਹੁਣ ਕਰਾਂਗੇ ਜਿੱਥੇ ਅਸੀਂ 2 ਵਾਰ ਸਾਹ ਅੰਦਰ ਲਵਾਂਗੇ ਤੇ 2 ਵਾਰ ਹੀ ਬਾਹਰ ਕੱਢਾਂਗੇ। ਯਾਨੀ ਕਿ ਜਦੋਂ ਸਾਹ ਇੱਕ ਵਾਰ ਲੈ ਰਹੇ ਹੋ ਨੱਕ ਰਾਹੀਂ ਔਰ ਜਦੋਂ ਤੁਸੀਂ ਛੱਡਣਾ ਹੈ ਸਾਹ ਤਾਂ ਆਪਣੇ ਮੂੰਹ ਰਾਹੀਂ ਛੱਡੋ। ਦੂਜੀ ਵਾਰ ਵੀ ਇਹੀ ਪ੍ਰਕਿਰਿਆ ਨੂੰ ਅਸੀਂ ਦੁਹਰਾਉਣਾ ਹੈ। 2 ਟਾਈਮਸ ਇਹ ਪ੍ਰਕਿਰਿਆ ਨੂੰ ਅਸੀਂ ਕਰਾਂਗੇ, ਇਸ ਪ੍ਰੋਸੈਸ ਨੂੰ ਕਰਾਂਗੇ। कोई काली नहीं, सिर्फ शांति दे नाल, संतुलन दे नाल, ਸਕੂਨ ਦੇ ਨਾਲ ਇਹ ਸਾਰੀਆਂ ਪ੍ਰਕਿਰਿਆਵਾਂ ਕੀਤੀਆਂ ਅਸੀਂ ਅੱਜ। ਹੁਣ ਹੌਲੀ-ਹੌਲੀ ਆਪਣੀਆਂ ਅੱਖਾਂ ਨੂੰ ਖੋਲ੍ਹ ਲਓ ਔਰ ਮਹਿਸੂਸ ਕਰੋ ਕਿ ਅੱਜ ਤੁਸੀਂ ਕਿਸ ਸਥਿਤੀ ਦੇ ਵਿੱਚ ਹੋ। ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ ਔਰ ਤੁਹਾਨੂੰ ਆਪਣੇ ਆਪ ਦੇ ਵਿੱਚ ਇੱਕ ਫਰਕ ਨਜ਼ਰ ਆਉਂਦਾ ਹੋਏਗਾ। ਇੱਕ ਚਿਹਰੇ ਤੇ ਸਮਾਈਲ ਹੋਏਗੀ, ਉਸ ਖੁਸ਼ੀ ਨੂੰ ਤੁਸੀਂ ਮਹਿਸੂਸ ਕਰੋਗੇ। ਉਮੀਦ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਪਸੰਦ ਆਈ ਹੋਏਗੀ ਔਰ ਜੇਕਰ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਆਪਣੇ ਪਿਆਰਿਆਂ ਦੇ ਨਾਲ ਜ਼ਰੂਰ ਸਾਂਝੀ ਕਰਨਾ ਹੈ ਔਰ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਤਾਂ ਕਿ ਆਉਣ ਵਾਲੀਆਂ ਅਗਲੀ ਵੀਡੀਓਜ਼ ਵੀ ਤੁਸੀਂ ਉਹਨਾਂ ਦੇ ਨਾਲ ਜੁੜ ਸਕੋ। ਅਗਲੀਆਂ ਆਉਣ ਵਾਲੀਆਂ ਪ੍ਰਕਿਰਿਆਵਾਂ ਦੇ ਬਾਰੇ ਵੀ ਮੈਂ ਤੁਹਾਨੂੰ ਨਾਲ ਦੱਸਾਂਗੀ ਔਰ ਤੁਹਾਡੇ ਨਾਲ ਗੱਲ ਕਰਾਂਗੀ।
ਔਰ ਅਸੀਂ ਇਸ ਸਿਰਫ ਮਕਸਦ ਇਹ ਰੱਖਣਾ ਹੈ ਕਿ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ, ਔਰ ਜੋ ਵੀ ਸਾਨੂੰ ਦਿਮਾਗ ਦੀ ਤੰਦਰੁਸਤੀ ਦੇ ਲਈ ਕਰਨਾ ਚਾਹੀਦਾ ਹੈ ਉਹ ਸਾਨੂੰ ਕਰ ਲੈਣਾ ਚਾਹੀਦਾ ਹੈ। ਆਪਣੇ ਆਪ ਦੇ ਲਈ ਜ਼ਰੂਰ ਟਾਈਮ ਕੱਢੋ। ਹਾਲੇ ਫਿਲਹਾਲ ਅਸੀਂ ਸਟਾਰਟਿੰਗ ਦੇ ਵਿੱਚ ਇਹ ਪ੍ਰਕਿਰਿਆ ਕੀਤੀ ਹੈ, ਔਰ ਇਸ ਪ੍ਰਕਿਰਿਆ ਨੂੰ ਜਦੋਂ ਤੁਹਾਡਾ ਦਿਲ ਕਰੇ, ਜਦੋਂ ਤੁਹਾਡਾ ਸਮਾਂ ਤੁਹਾਨੂੰ ਇਜਾਜ਼ਤ ਦੇਵੇ ਔਰ ਨਾਲ ਦੀ ਨਾਲ ਤੁਹਾਨੂੰ ਲੱਗੇ ਕਿ ਹਾਂ ਮੈਨੂੰ ਬਹੁਤ ਸਾਰਾ ਸਟ੍ਰੈਸ ਹੋ ਰਿਹਾ ਹੈ ਔਰ ਮੇਰੇ ਦਿਮਾਗ 'ਤੇ ਬਹੁਤ ਪ੍ਰੈਸ਼ਰ ਹੋ ਰਿਹਾ ਹੈ, ਤਾਂ ਤੁਸੀਂ ਇਹ ਪ੍ਰਕਿਰਿਆ ਆਪਣੇ ਆਫਿਸ 'ਚ ਜਾਂ ਆਪਣੇ ਘਰ ਬੈਠ ਕੇ ਵੀ ਕਰ ਸਕਦੇ ਹੋ। ਯਕੀਨਨ ਮੰਨਿਓ ਕਿ ਤੁਹਾਨੂੰ ਇਹਦੇ ਨਾਲ ਬਹੁਤ ਰਿਲੈਕਸੇਸ਼ਨ ਮਿਲੇਗੀ ਔਰ ਬਹੁਤ ਸਾਰੀ ਜਿਹੜੀ ਤੁਹਾਡੀ ਦਿਮਾਗ ਦੀਆਂ ਮਾਸਪੇਸ਼ੀਆਂ ਨੇ ਔਰ ਜਿਹੜੀਆਂ ਗੁੰਝਲਦਾਰ ਤੁਸੀਂ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਸੀ ਉਹਨਾਂ ਤੋਂ ਤੁਹਾਨੂੰ ਹੱਲ ਮਿਲੇਗਾ। ਸੋ ਮੇਰੀ ਤਾਂ ਤੁਹਾਨੂੰ ਇਹੀ ਐਡਵਾਈਸ ਹੈ ਕਿ ਤੁਸੀਂ ਇਹਨੂੰ ਲਗਾਤਾਰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਔਰ ਦੇਖਿਓ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਅਲੱਗ ਜਿਹੜੀ ਹੈ ਆਪਣੀ ਆਇਡੈਂਟੀਟੀ ਬਣਾਓਗੇ, ਅਲੱਗ ਤੁਹਾਡੀ ਪਹਿਚਾਣ ਹੋਏਗੀ। ਔਰ ਜਾਂਦੇ ਮੈਂ ਤੁਹਾਡੇ ਨਾਲ ਕੁਝ ਟਿਪਸ ਸਾਂਝੀਆਂ ਕਰਾਂਗੀ। ਔਰ ਕਹਿੰਦੇ ਨੇ ਬਹੁਤ ਸਾਰੇ ਲੋਕਾਂ ਦੇ ਕੋਲ ਸੁਣਿਆ ਹੈ ਕਿ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਔਰ ਨੀਂਦ ਲੈਣ ਦੀ ਉਹ ਦਵਾਈ ਖਾਂਦੇ ਨੇ, ਔਰ ਇਹਨਾਂ ਦਵਾਈਆਂ ਖਾਣ ਤੋਂ ਬਿਲਕੁਲ ਤੁਸੀਂ ਗੁਰੇਜ਼ ਕਰੋ ਕਿਉਂਕਿ ਇਹ ਕਿਤੇ ਨਾ ਕਿਤੇ ਸਾਡੀ ਬਾਡੀ ਹੋਰ ਪਾਰਟ 'ਤੇ ਵੀ ਇਫੈਕਟ ਪਾਉਂਦੀ ਹੈ, ਸਾਡੇ ਦਿਮਾਗ 'ਤੇ ਵੀ ਇਫੈਕਟ ਪਾਉਂਦੀ ਹੈ। ਔਰ ਚੰਗੀ ਨੀਂਦ ਲਿਆਉਣ ਦੇ ਲਈ ਮੈਂ ਤੁਹਾਨੂੰ ਕੁਝ ਟਿਪਸ ਦੱਸ ਰਹੀ ਹਾਂ। ਪਹਿਲਾ ਇਹ ਹੈ ਕਿ ਤੁਸੀਂ ਰੋਟੀ ਖਾਣ ਤੋਂ ਬਿਲਕੁਲ ਉਸੇ ਤੁਰੰਤ ਨਹੀਂ ਸੌਣਾ। ਰੋਟੀ ਜਦੋਂ ਪਚ ਜਾਵੇ 10, 15, 20 ਮਿੰਟ ਲੈ ਲਓ, ਫਿਰ ਤੁਸੀਂ ਸੋਵੋ ਔਰ ਇਹਦੇ ਨਾਲ ਤੁਹਾਨੂੰ ਨੀਂਦ ਅੱਛੀ ਆਏਗੀ। ਔਰ ਜੇਕਰ ਨੀਂਦ ਨਹੀਂ ਆਉਂਦੀ ਤੁਹਾਨੂੰ ਤਾਂ ਆਪਣੀਆਂ ਅੱਖਾਂ ਨੂੰ ਬਾਰ-ਬਾਰ ਝਪਕੋ ਔਰ ਜਿੱਦਾਂ ਤੁਸੀਂ ਆਪਣੀਆਂ ਆਈਜ਼ ਨੂੰ ਬਲਿੰਕ ਕਰੋਗੇ ਤਾਂ ਦੇਖਣਾ ਤੁਹਾਨੂੰ ਕੁਝ ਹੀ ਮਿੰਟਾਂ ਬਾਅਦ ਨੀਂਦ ਆਉਣੀ ਸ਼ੁਰੂ ਹੋ ਜਾਏਗੀ। ਔਰ ਤੀਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਲੰਮੇ ਪੈ ਜਾਂਦੇ ਹੋ ਆਪਣੇ ਬੈੱਡ ਉੱਤੇ ਤਾਂ ਤੁਸੀਂ ਸਿਰਫ ਆਪਣੇ ਸਾਹ 'ਤੇ ਕੌਨਸਨਟਰੇਟ ਕਰੋ। ਸਾਹ ਤੁਸੀਂ ਲੈ ਰਹੇ ਹੋ, ਛੱਡ ਰਹੇ ਹੋ, ਲੈ ਰਹੇ ਹੋ, ਛੱਡ ਰਹੇ ਹੋ, ਸਿਰਫ ਇਹਦੇ 'ਤੇ ਹੀ ਆਪਣਾ ਕੌਨਸਨਟਰੇਟ ਕਰੋ। ਔਰ ਚੌਥੀ ਗੱਲ ਇਹ ਹੈ ਕਿ ਜਦੋਂ ਤੁਸੀਂ ਸੌਣਾ ਹੈ ਤਾਂ ਆਪਣੇ ਆਪ ਦੇ ਨਾਲ ਆਪਣੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਯਾਦ ਕਰਨਾ ਹੈ ਔਰ ਤੁਸੀਂ ਆਪਣੇ ਆਪ ਨੂੰ ਮੈਸੇਜ ਦੇਣਾ ਹੈ, ਆਪਣੇ ਦਿਮਾਗ ਨੂੰ ਮੈਸੇਜ ਦੇਣਾ ਹੈ ਕਿ ਮੈਂ ਹੁਣ ਤੰਦਰੁਸਤੀ ਦੇ ਲਈ ਸੌਣ ਜਾ ਰਹੀ ਹਾਂ ਜਾਂ ਸੌਣ ਜਾ ਰਿਹਾ ਹਾਂ। ਦੇਖਿਓ ਤੁਸੀਂ ਇਹ ਬਹੁਤ ਹੀ ਕੰਮ ਕਰੇਗਾ। ਔਰ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਨੀਂਦ ਨਾ ਆਉਣ ਦੀ ਤਾਂ ਤੁਸੀਂ ਮੈਡੀਟੇਸ਼ਨ ਜ਼ਰੂਰ ਕਰੋ ਔਰ ਜਿਹੜੀਆਂ ਇਹ 4 ਪ੍ਰਕਿਰਿਆਵਾਂ ਤੁਹਾਨੂੰ ਦੱਸੀਆਂ ਨੇ ਉਹ ਜ਼ਰੂਰ ਕਰੋ। ਅਗਲੀਆਂ ਪ੍ਰਕਿਰਿਆਵਾਂ ਮੈਂ ਜਲਦ ਹੀ ਲੈ ਕੇ ਹਾਜ਼ਰ ਹੋਵਾਂਗੀ, ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਫਿਲਹਾਲ ਤੁਸੀਂ ਇਹ ਪ੍ਰਕਿਰਿਆਵਾਂ ਕਰਦੇ ਰਹੋ ਔਰ ਤੁਹਾਨੂੰ ਬਹੁਤ ਹੀ ਸਕੂਨ ਮਿਲੇਗਾ। ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਔਰ ਅਗਲੀ ਵੀਡੀਓ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੀ। ਤਦ ਤੱਕ ਦੇ ਲਈ ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ, ਆਬਾਦ ਰਹੋ। ਬਹੁਤ ਸ਼ੁਕਰੀਆ।